ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 19ਵਾਂ। ये प्राणी हौमे तजी करता राम पछान, कहो नानक बहु मुक्त नर ए मन साची मान। सतगुर समझाਉਂਦੇ ਨੌਵੇਂ ਪਾਤਸ਼ਾਹ, यह प्राणी हौमे तजी करता राम पछान, कहो नानक बहु मुक्त नर ਇਹ ਮਨ ਸਾਚੀ ਮਾਨ। ਆਓ ਸਾਰੇ ਮਿਲ ਕੇ ਆਪਾਂ ਗੁਰਸ਼ਬਦ ਗੁਰਬਾਣੀ ਦਾ ਓਟ ਆਸਰਾ ਲਈਏ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਅਸੀਂ ਵੀ ਉਹ ਰਾਮ ਦਾ ਦਰਸ਼ਨ ਕਰੀਏ। ਪਰ ਸਾਡੀ ਬੁੱਧ ਵੱਲ ਦਾ ਵਿਸ਼ਾ ਨਹੀਂ ਹੈ ਬਾਣੀ, ਨਾ ਇਹ ਅੱਖਾਂ ਦਾ ਦਰਸ਼ਨ ਹੈ। ਇਹ ਦਰਸ਼ਨ ਤਾਂ ਬੁੱਧੀ ਨੂੰ ਹੋਣਾ ਹੈ, ਇਹ ਦਿਵ ਦ੍ਰਿਸ਼ਟੀ ਨਾਲ ਦਰਸ਼ਨ ਹੋਣਾ ਹੈ। ਸਾਨੂੰ ਗੁਰਬਾਣੀ ਦੇ ਵਿੱਚੋਂ ਦਿਵ ਦ੍ਰਿਸ਼ਟੀ ਪੈਦਾ ਹੋਣੀ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਆਨੰਦ ਸਾਹਿਬ ਦੇ, ਨਾਨਕ ਇਹ ਨੇਤਰ ਅੰਧ ਥੇ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਮਿਲਣੀ ਹੈ, ਇੱਕ ਦੇਖਣਾ ਹੁੰਦਾ, ਇੱਕ ਪੇਖਣਾ ਹੁੰਦਾ। ਆਪਾਂ ਪਿੱਛੇ ਵੀ ਵਿਚਾਰਿਆ ਸੀ ਭਗਤ ਕਬੀਰ ਜੀ ਦਾ ਸ਼ਲੋਕ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਾਈਏ ਰੇ, ਸੁਧੇ ਸੁਧੇ ਰੇਗ ਚਲੋ ਤੁਮ ਨਾਤਰ ਕੋ ਧੱਕਾ ਦਵਾਈ, ਐਸਾ ਧੱਕਾ ਲੱਗੂਗਾ ਫਿਰ 84 ਲੱਖ ਜੂਨ ਨੂੰ ਇਹ ਜੀਵ ਚਲਿਆ ਜਾਊਗਾ। ਇਹ ਤੋਂ ਬਚਣਾ ਅਸੀਂ ਭਾਈ, ਸਾਡੀ ਬੁੱਧ ਵੱਲ ਦਾ ਵਿਸ਼ਾ ਨਹੀਂ, ਅਸੀਂ ਸੰਸਾਰ ਇਹ ਪਾਰ ਕਰ ਲਾਂਗੇ, ਇਹ ਹਉਮੈ ਛੱਡ ਦਾਂਗੇ। ਇਹ ਤਾਂ ਉਹਦੀ ਕਿਰਪਾ ਰਹਿਮਤ ਲੈਣੀ ਹੈ ਆਪਾਂ ਕੁਦਰਤ ਦੀ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ। ਫੇਰ ਹੀ ਸਾਡਾ ਸੰਸਾਰ 'ਚੋਂ ਖਹਿੜਾ ਛੁੱਟੂਗਾ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ ਆਪਾਂ। ਹਰ ਬਿਸਰਤ ਤੇਰੇ ਗੁਣ ਗਲਿਆ, ਆਤਮਾ ਪ੍ਰਾਤਮਾ ਤੋਂ ਵਿਸਰ ਗਈ ਹੈ। ਇਹਦੇ ਜਿਹੜੇ ਗੁਣ ਸੀ, ਨਿਰਭਉ ਨਿਰਵੈਰ ਕਾਲ ਤੋਂ ਮੁਕਤ ਸੀ, ਅਜੂਨੀ ਸਰੀਰ ਤੋਂ ਪਰੇ ਸੀਗਾ, ਉਹ ਆਪਾਂ ਹੁਣ ਪ੍ਰਾਪਤ ਕਰਨੇ ਨੇ। ਗੁਣਾ ਗਵਾਈ ਕਠੜੀ ਔਗਣ ਚੱਲੀ ਬਨ, ਪਰ ਅਸੀਂ ਕੀ ਕਰਦੇ ਹਾਂ? ਹਉਮੈ ਛੁੱਟਦੀ ਨਹੀਂ ਸਾਡੀ, ਚਾਹਨੂੰ ਸਮਾਂ ਆ ਜਾਂਦਾ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਨ। ਅਸੀਂ ਔਗਣ ਦੀ ਕਠੜੀ ਬੰਨ੍ਹ ਕੇ ਲੈ ਜਾਂਦੇ ਹਾਂ, ਨਿਰਮਲ ਬੁੱਧੀ ਲੈ ਕੇ ਆਉਂਦੇ। ਕਹਿ ਲਈਏ ਆਪਾਂ, ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇਹ ਮਨ ਆਪਦੀ ਬੁੱਧੀ ਗਵਾ ਕੇ ਚਲਿਆ ਜਾਂਦਾ। ਇੱਥੇ ਸੰਸਾਰ 'ਚ ਭਾਈ ਕੁਛ ਨਹੀਂ ਖੱਟਣ ਨੂੰ ਹੈਗਾ। ਅਗਰ ਖੱਟਣ ਨੂੰ ਹੈ ਤਾਂ ਗੁਣਾਂ ਦੀ ਪ੍ਰਾਪਤੀ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ। ਗੁਰ ਸ਼ਬਦ ਤੋਂ ਬਿਨਾਂ ਆਪਾਂ ਨੂੰ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ, ਔਰ ਜੇ ਮਨ ਨਹੀਂ ਟਿਕਦਾ ਹਉਮੈ ਨਹੀਂ ਜਾਣੀ। ਕਿਉਂਕਿ ਸਾਰੇ ਸੰਸਾਰ ਦੀ ਰੇਸ ਜਿਹੜੀ ਹੈਗੀ ਹੈ ਵੱਡਾ ਬਣਨ ਦੀ ਲੱਗੀ ਹੋਈ ਆ। ਉਹ ਪਿੱਛੇ ਵੀ ਆਪਾਂ ਭਗਤ ਕਬੀਰ ਜੀ ਦੇ ਸ਼ਲੋਕ, ਜਿੰਨੀ ਕੁਦਰਤ ਨੇ ਆਪਾਂ ਨੂੰ ਮਗਤ ਬਖਸ਼ੀ ਹੈ, ਆਪਾਂ ਵਿਚਾਰੇ ਸੀਗੇ। ਕਬੀਰ ਬਾਂਸ ਬੜਾਈ ਬੂਡਿਆ ਇਉਂ ਮਤ ਬੂਡੋ ਕੋਈ, ਚੰਦਨ ਕੇ ਨਿਕਟੇ ਬਾਂਸ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਕੋਲ ਬਾਂਸ ਐਂ ਨਿਕਲ ਜਾਂਦਾ ਵਾ। ਇਵੇਂ ਅਸੀਂ ਗੁਰੂ ਘਰਾਂ 'ਚ ਜਾ ਕੇ ਵੀ ਦੀਵਾਨ ਸਜਾਏ ਜਾਂਦੇ ਨੇ, ਬਾਣੀ ਦਾ ਪ੍ਰਚਾਰ ਕੀਤਾ ਜਾਂਦਾ, ਕੀਰਤਨ ਦਰਬਾਰ ਸਜਾਏ ਜਾਂਦੇ ਆ, ਪਰ ਗੁਰੂ ਉਪਦੇਸ਼ ਨਹੀਂ ਸੁਣਦੇ। ਅਸੀਂ ਪ੍ਰਚਾਰ ਕਰਨ ਵਾਲਿਆਂ ਨਾਲ ਹੀ ਜੁੜ ਜਾਂਦੇ ਹਾਂ। ਇਹ ਐਸਾ ਗਿਆਨ ਹੈ ਗੁਰ ਸ਼ਬਦ ਦਾ, ਇਹ ਸਾਡਾ ਮੋਹ ਦਾ ਜਾਲ ਕੱਟਦਾ ਵਾ। ਅਸੀਂ ਗੁਰ ਸ਼ਬਦ ਨਾਲ ਜੁੜਨਾ, ਜੋ ਗਿਆਨ ਪੈਦਾ ਹੋਊ, ਫਿਰ ਸਾਡਾ ਇਹ ਮੋਹ ਦਾ ਜਾਲ ਕੱਟਿਆ ਜਾਣਾ ਵਾ। ਮੋਹ ਦਾ ਜਾਲ ਹੀ ਤਾਂ ਹਉਮੈ ਪੈਦਾ ਕਰਦਾ ਹੈ। ਸੰਸਾਰੀ ਸੰਪਤ, ਭੈਣ ਭਾਈ, ਵੱਡੇ ਵੱਡੇ ਰਾਜ ਪਾਟ, ਵੱਡੀਆਂ ਵੱਡੀਆਂ ਪਦਵੀਆਂ, ਇਹੀ ਤਾਂ ਹਉਮੈ ਜਾਣ ਨਹੀਂ ਦਿੰਦੀਆਂ ਹੈਗੀਆਂ। ਇਹ ਕਿਵੇਂ ਹਉਮੈ ਜਾਊਗੀ? ਹਉਮੈ ਮੋਹ ਭਰਮ ਪੈ ਭਾਰ, ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਨੇ। ਇਹ ਹਉਮੈ ਕਰਕੇ ਸਾਡੇ 'ਤੇ ਭਾਰ ਰਹਿੰਦਾ ਹੈ, ਸਾਨੂੰ ਮੁਕਤੀ ਨਹੀਂ ਮਿਲਦੀ। ਜਦੋਂ ਸਮਾਂ ਆ ਜਾਂਦਾ ਹੈ, ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ, ਪਰ ਸਾਨੂੰ ਇਹ ਅਵਸਥਾ ਤਾਂ ਪ੍ਰਾਪਤ ਹੋਊਗੀ ਜੇ ਅਸੀਂ ਗੁਰਸ਼ਬਦ ਦੀ ਵਿਚਾਰ 'ਚ ਲੱਗਾਂਗੇ, ਕੁਦਰਤ ਦੀ ਰਹਿਮਤ ਲਵਾਂਗੇ। ਪਰ ਅਸੀਂ ਤਾਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਕਮਾਈ ਕਰਦੇ ਹੈਗੇ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ, ਸੰਸਾਰ ਅੱਜ ਕੀ ਕਰ ਰਿਹਾ ਵਾ। ਉਸ ਟਾਈਮਾਂ 'ਚ ਭਗਤ ਕਬੀਰ ਨੇ ਸਮਝਾਇਆ, ਆਪਣੇ ਆਪਣੇ ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਉਪਦੇਸ਼ ਦਿੱਤਾ। ਹੁਣ ਉਹ ਭਾਗਾਂ ਵਾਲੇ ਹੋਣਗੇ ਸਿੱਖ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ। ਜਿਹੜੇ ਨਹੀਂ ਚੱਲਣਗੇ ਉਹ ਭਾਗੇ ਹੋਣਗੇ। ਭਗਤ ਕਬੀਰ ਜੀ ਕੀ ਸਮਝਾਉਂਦੇ? ਔਰੋਂ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ,
ਰਾਸ ਬਗਾਨੀ ਰੱਖਤੇ ਖਾਇਆ ਕਰ ਕਾ ਖੇਤ। ਆਪਾਂ ਨਹੀਂ ਇਹ ਕੰਮ ਕਰਨਾ। ਆਪਾਂ ਭਗਤ ਕਬੀਰ ਜੀ ਸਮਝਾਉਂਦੇ ਆ, ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਵਾ। ਪਹਿਲਾਂ ਆਪ ਉਪਦੇਸ਼ ਦੀ ਕਮਾਈ ਕਰਨੀ ਹੈ, ਆਪ ਜਪੇ ਅਬਰੇ ਨਾਮ ਜਪਾਵੇ, ਪਹਿਲਾਂ ਘਰ ਪਹੁੰਚਣਾ ਵਾ, ਇਹ ਔਗਣਾਂ ਤੋਂ ਮੁਕਤ ਹੋਣਾ, ਫਿਰ ਇਹ ਦੂਏ ਨੂੰ ਸਮਝਾਉਣਾ ਵਾ। ਜਦ ਤੱਕ ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ, ਅਸੀਂ ਕਿਸੇ ਨੂੰ ਉਪਦੇਸ਼ ਨਹੀਂ ਕਰਨਾ। ਗੁਰਬਾਣੀ ਦੇ ਵਿੱਚ ਬਚਨ ਨੇ ਸਤਿਗੁਰਾਂ ਦੇ, ਸਾਨੂੰ ਸਜ਼ਾ ਮਿਲਦੀ ਹੈ ਫਿਰ ਉਹਦੀ। ਆਪਾਂ ਆਸਾ ਦੀ ਵਾਰ ਦੇ ਵਿੱਚ ਸਤਿਗੁਰਾਂ ਦੇ ਬਚਨ ਲੈਣੇ, ਪੜ੍ਹਿਆ ਹੋਵੇ ਗੁਨਹਗਾਰ, ਅਸੀਂ ਗੁਨਹਗਾਰ ਹੈ। ਜਦ ਤੱਕ ਅਸੀਂ ਸੱਚ ਦੀ ਰਾਹ ਦੀ ਪਛਾਣ ਨਹੀਂ ਕੀਤੀ ਔਰ ਲੋਕਾਂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ, ਸਾਨੂੰ ਸਜ਼ਾ ਮਿਲਦੀ ਆ। ਤਾਂ ਓਮੀ ਸਾਧਨਾ ਮਾਰੀ ਆ, ਪੜ੍ਹਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਕੁਦਰਤ ਦੇਖ ਰਹੀ ਹੈ, ਸਾਨੂੰ ਐਂ ਲੱਗਦਾ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਕੁਦਰਤ ਸਾਨੂੰ ਦੇਖ ਰਹੀ ਹੈ, ਅਸੀਂ ਸੰਸਾਰੀ ਜੀਵ ਆਨੇ ਹੈ, ਪਰ ਅਸੀਂ ਅੱਖਾਂ ਕੰਨਾਂ ਨਾਲ ਉਹਨੂੰ, ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ, ਕੰਨਾਂ ਨਾਲ ਸੁਣਨਾ ਚਾਹੁੰਦੇ ਹਾਂ। ਇਹ ਕੰਨਾਂ ਨਾਲ ਨਹੀਂ ਸੁਣਿਆ ਜਾਣਾ। ਉਹ ਕਿਹੜੇ ਕੰਨ ਨੇ? ਉਹ ਧਿਆਨ ਦੇ ਕੰਨ ਨੇ, ਉਹ ਸਾਨੂੰ ਅੰਦਰੋਂ ਪ੍ਰਾਪਤ ਹੋਣੇ ਆ। ਪਹਿਲਾਂ ਅਸੀਂ ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਵਾ, ਤਿਉਂ ਸਾਨੂੰ ਪ੍ਰਾਪਤੀ ਹੋਊਗੀ। ਪਿੱਛੇ ਵੀ ਇੱਕ ਦੋ ਗੁਰਸਿੱਖਾਂ ਨੇ ਇਹ ਵਿਚਾਰ ਕੀਤੀ ਹੈ ਵੀ ਤੁਸੀਂ ਪ੍ਰਾਤਮਾ ਕਹਿੰਦੇ ਹੋ, ਆਤਮਾ ਨੇ ਪਹਿਲਾਂ ਪ੍ਰਾਤਮਾ ਦਾ ਦਰਸ਼ਨ ਹੀ ਕਰਨਾ। ਅੱਜ ਆਪਾਂ ਉਹੀ ਸ਼ਬਦ ਲੈਣਾ ਗੁਰੂ ਸਾਹਿਬ ਦਾ, ਆਪਾਂ ਉਹਦੀ ਵਿਚਾਰ ਕਰਨੀ ਹੈ। ਸਿੱਧਾ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ, ਸਿੱਧਾ ਹੁਕਮ ਦਾ ਦਰਸ਼ਨ ਨਹੀਂ ਹੁੰਦਾ। ਬਹੁਤ ਵੱਡੀ ਸ਼ਕਤੀ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਉਹਦੇ ਹੁਕਮ ਨਾਲ ਤਾਂ, ਨਾਮ ਨਾਲ ਤਾਂ ਪਰਲੋ ਉਹਦੀ ਉਤਪਤੀ ਪੈਦਾ ਹੁੰਦੀ ਹੈ। ਉਹਦੇ ਨਾਲ ਜੀਵ ਜਨਮ ਲੈਂਦਾ, ਉਹਦੇ ਨਾਲ ਹੀ ਸਮਾਪਤ ਹੁੰਦਾ ਵਾ। ਆਪਾਂ ਤਾਂ ਉਹਦਾ ਨਾਮ ਨੂੰ ਜਪਣਾ ਔਰ ਸਮਝਣਾ। ਜਪਣਾ ਹੁੰਦਾ ਸਮਝਣਾ। ਨਿਤ ਜਪੀਏ ਨੌ ਪਰਵਰਦਿਗਾਰ ਦਾ। ਉਹ ਪਰਵਰਦਿਗਾਰ ਜਿਹੜਾ ਸ੍ਰਿਸ਼ਟੀ ਦਾ ਪਾਲਕ ਹੈ, ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਉਹਦੀ ਕੁਦਰਤ ਦੀ ਰਹਿਮਤ ਲੈਣੀ ਹੈ। ਉਹੀ ਫਿਰ ਸਾਨੂੰ ਅਵਸਥਾ ਇਹ ਪ੍ਰਾਪਤ ਹੋਣੀ ਹੈ। ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਜਿਹੜੇ ਹਉਮੈ ਦਾ ਤਿਆਗ ਕਰਕੇ ਆਪਦੇ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੇ ਆ, ਸਾਧ ਸੰਗਤ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ, ਉਹੀ ਸਾਧ ਸੰਗਤ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਹੀ ਰਾਮ ਨੂੰ ਪਛਾਣ ਲੈਂਦੇ ਨੇ, ਆਪਦੇ ਮੂਲ ਨੂੰ। ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਜਾਣ। ਉਹ ਮੁਕਤ ਹੋ ਜਾਂਦੇ ਨੇ ਸੰਸਾਰ 'ਚੋਂ। ਇਹ ਸੱਚ ਕਰਕੇ ਜਾਣਿਓ, ਭਾਈ ਗੁਰੂ ਸਾਹਿਬ ਸਮਝਾਉਂਦੇ ਨੇ। ਆਪਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋਊਗੀ, ਪਰ ਤਾਂ ਪ੍ਰਾਪਤ ਹੋਣੀ ਆਪਾਂ ਨੂੰ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਨੂੰ ਵੀ ਅਵਸਥਾ ਪ੍ਰਾਪਤ ਹੋਵੇ, ਸਾਡਾ ਵੀ ਸੰਸਾਰ 'ਚੋਂ ਖਹਿੜਾ ਸੁੱਟੇ, ਸਾਨੂੰ ਵੀ ਪ੍ਰਾਤਮਾ ਦਾ ਦਰਸ਼ਨ ਹੋਏ, ਫਿਰ ਸਾਡਾ ਅੱਗੇ ਦਾ ਖੇਲ ਜਿਹੜਾ ਭਗਤੀ ਸ਼ੁਰੂ ਹੋਵੇ। ਸਾਡਾ ਤਾਂ ਸੰਸਾਰ 'ਚੋਂ ਹੀ ਖਹਿੜਾ ਨਹੀਂ ਸੁੱਟਿਆ, ਪਰ ਅਸੀਂ ਭਗਤ ਆਪਦੇ ਆਪ ਨੂੰ ਮੰਨੀ ਜਾਂਦੇ। ਇਹ ਅਗਿਆਨਤਾ ਹੈ ਭਾਈ। ਜਦੋਂ ਸਮਾਂ ਆ ਜਾਣਾ, ਫਿਰ ਕਾਲ ਨੇ ਫਿਰ ਫੜ ਕੇ ਲੈ ਜਾਣਾ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਗੌਣ ਮਹੱਲਾ ਪੰਜਵਾਂ। ਸਤਿਗੁਰ ਸਮਝਾਉਂਦੇ ਨੇ, ਉਹ ਪਰਮਾਤਮਾ ਪ੍ਰਾਤਮਾ ਦੇ ਰੂਪ ਵਰਗੇ ਅਸੀਂ ਉਹ ਜਿਹੇ ਰੂਪ ਹੋ ਜਾਣਾ ਵਾ, ਸਰੀਰ ਕਰਕੇ ਨਹੀਂ, ਆਤਮਾ ਕਰਕੇ। ਕਰਤੇ ਨੂੰ ਪਛਾਣਨਾ ਵਾ। ਇਹ ਸਾਰਾ ਕਰਤੇ ਦਾ ਜਸ ਕਰਦੀ ਹੈ ਬਾਣੀ। ਕਹੋ ਨਾਨਕ ਕਰਤੀ ਕੀਆਂ ਬਾਤਾਂ, ਰਹਿ ਰਸ ਸਤਿਗੁਰ ਸਮਝਾਉਂਦੇ ਨੇ। ਇਹ ਗੁਣਾਂ ਦਾ ਜਸ ਕੀਤਾ ਗਿਆ ਬਾਣੀ ਨੇ। ਆਪਾਂ ਵੀ ਜਸ ਕਰਨਾ ਵਾ, ਆਪਾਂ ਵੀ ਇਹੋ ਜਿਹਾ ਜੀਵਨ ਬਣਾਉਣਾ ਆਪਣਾ। ਆਪ ਦਾ ਜਸ ਨਹੀਂ ਕਰਾਉਣਾ ਹੈਗਾ। ਆਪ ਦਾ ਜਸ ਤਾਂ ਫਿਰ ਹਉਮੈ ਆ ਗਈ, ਫਿਰ ਸਾਨੂੰ ਇਹ ਅਵਸਥਾ ਨਹੀਂ ਪ੍ਰਾਪਤ ਹੋਣੀ। ਆਪਾਂ ਇਹ ਲੜੀਵਾਰ ਨੌਵੇਂ ਪਾਤਸ਼ਾਹ ਦੀ ਸਲੋਕਾਂ ਦੀ ਰਹਿਮਤ ਲਈ ਹੈ, ਕੁਦਰਤ ਦੀ। ਆਪਾਂ ਇਹ ਕਰਨੀ ਆ। ਪਹਿਲੇ ਸਲੋਕ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਸਮਝਾਤਾ, ਆਪਾਂ ਉਹ ਛੱਡਣਾ ਹੀ ਨਹੀਂ ਹੈਗਾ। ਗੁਰ ਸ਼ਬਦ ਦੇ ਪਿੱਛੇ ਪਿੱਛੇ ਆਪਾਂ ਜਾਣਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤਕੀਨ। ਅਸੀਂ ਸਾਡਾ ਜੀਵਨ ਐਵੇਂ ਚਲੇ ਜਾਂਦਾ, ਆਪਦੇ ਗੁਣ ਗਾਉਂਦੇ ਗਾਉਂਦੇ, ਜਦੋਂ ਕਾਲ ਸਾਨੂੰ ਫੜ ਕੇ ਲੈ ਜਾਂਦਾ ਹੈ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਕਾਲ ਸਾਨੂੰ ਨਹੀਂ ਛੱਡਦਾ ਭਾਈ। ਰਾਜਾ ਬਣ ਜਾਈਏ, ਚਾਹੇ ਗਰੀਬ ਹੋਈਏ, ਕਿੱਡੀ ਉੱਚੀ ਪਦਵੀ ਪ੍ਰਾਪਤ ਕਰ ਲਈਏ, ਸੰਸਾਰ ਸਾਨੂੰ ਕਿਉਂ ਨਾ ਮੰਨਦਾ ਹੋਵੇ ਸਾਰਾ। ਜੇ ਜੁਗ ਚਾਰੇ ਆਰਜਾਂ ਹੋਣ ਦਸੋਣੀ ਹੋਏ, ਨਵ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕਿ ਕਿਸੇ ਨੇ ਨਹੀਂ ਬਾਤ ਪੁੱਛਣੀ ਭਾਈ, ਕਾਲ ਨੇ ਫੜ ਕੇ ਲੈ ਜਾਣਾ। ਸੰਸਾਰ ਪਿਆ ਕਿਸੇ ਨੂੰ ਮੰਨਦਾ ਹੋਵੇ। ਜਿੰਨੀ ਸੰਸਾਰ ਦੀਆਂ ਮੱਤਾਂ ਨੇ, ਉੱਚੀ ਪਦਵੀਆਂ, ਰਾਜ ਪਾਟ, ਧਰਮ ਗੁਰੂ, ਜਿੰਨੇ ਵੀ ਮਾਨਵ ਸੋਚਾਂ ਸਰੀਰ ਕਰਕੇ ਧਰਮ ਕਰਮ ਅਸੀਂ ਕਰਦੇ ਆਏ ਹਾਂ, ਉਹ ਤੋਂ ਉੱਪਰ ਉੱਠਣਾ ਵਾ। ਇਹ ਆਤਮ ਕਰਮ ਸ਼ੁਰੂ ਹੋਣਾ ਸਾਡਾ ਜਿੱਦਣ ਅਸੀਂ ਗੁਰਸ਼ਬਦ ਦੀ ਕਮਾਈ ਕਰਨੀ ਹੈ। ਉਹੀ ਤਾਂ ਰਹਿਮਤ ਲੈਣੀ ਹੈ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਉਹ ਰੂਪ ਬਾਰੇ ਸਮਝਾਉਂਦੇ ਨੇ ਸਤਿਗੁਰ, ਜਿਹੜੇ ਉਹ ਗੁਰਸਿੱਖ ਬਾਰੇ ਸਮਝਾਉਂਦੇ ਨੇ, ਜਿਹੜੇ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਕਿਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ? ਪ੍ਰਾਤਮਾ ਦੇ। ਆਓ ਆਪਾਂ ਸਤਿਗੁਰਾਂ ਦੇ ਵਚਨ ਲਈਏ। ਗੌਣ ਮਹੱਲਾ ਪੰਜਵਾਂ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਉਹ ਪਾਰ ਬ੍ਰਹਮ ਹੁਕਮ
ਪ੍ਰਾਤਮਾ ਜਿਹੜੀ ਅੰਦਰ ਆਪਣੇ, ਜਿਹਦੀ ਕਿਰਪਾ ਨਾਲ ਆਪਣਾ ਸਾਹ ਚੱਲ ਰਿਹਾ, ਜਿਹਦੇ ਨਾਲ ਇਹ ਸ੍ਰਿਸ਼ਟੀ ਸਾਜੀ ਜਾਂਦੀ ਹੈ, ਉਹਨੂੰ ਹਰ ਵੀ ਕਿਹਾ ਵਾ, ਗੋਪਾਲ ਵੀ ਕਿਹਾ, ਵਾਸਦੇਵ ਕਿਹਾ, ਉਹ ਸਾਰੇ ਫਿਰ ਆਪਾਂ ਵਿਚਾਰਾਂਗੇ ਅਗਲੇ ਸ਼ਲੋਕ ਦੇ ਵਿੱਚ। ਇਹ ਸਾਰੇ ਗੁਣਵਾਚਕ ਨਾਮ ਨੇ। ਗੋਪਾਲ, ਗੋ ਸੁਰਤੀਆਂ, ਪਾਲ ਪਾਲਣਹਾਰਾ, ਵਾਸਦੇਵ ਸਾਡੇ ਅੰਦਰ ਹੀ ਵਸਦਾ ਹੈ। ਇਹ ਸਾਰੇ ਉਹਦੇ ਹੀ ਨਾਮ ਨੇ। ਹਰ ਉਹਦੇ ਕਰਕੇ ਸਾਰਾ ਸੰਸਾਰ ਹਰਿਆ ਭਰਿਆ ਵਾ। ਹੁਕਮ ਕਰਕੇ ਪਹਿਲਾਂ ਸਾਨੂੰ ਪ੍ਰਾਤਮਾ ਦਾ ਦਰਸ਼ਨ ਹੋਣਾ ਵਾ। ਜਿਹੜੇ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੇ ਨੇ ਉਹੀ ਸਤਿਗੁਰ ਸਮਝਾ ਰਹੇ ਨੇ, ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਨ, ਕਹੋ ਨਾਨਕ ਬਹੁ ਮੁਕਤ ਨਾਰ। ਇਹ ਮਨ ਸਾਚੀ ਮਨ ਨਹੀਂ ਬਣਦਾ ਸੱਚ ਦੇ ਗਿਆਨ ਤੋਂ ਬਿਨਾਂ। ਆਪਾਂ ਪਿੱਛੇ ਵੀ ਸ਼ਲੋਕ ਲਿਆ ਸੀ ਭਗਤ ਕਬੀਰ ਜੀ ਦਾ, ਆਪਾਂ ਦੂਜਾ ਸ਼ਲੋਕ ਲੈ ਲੈਂਦੇ ਹਾਂ। ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਸਾਕਤ ਮਨ ਐਸਾ ਵਾ, ਇਹਦੇ ਕਿਰਦਾਰ ਤੋਂ ਪੜ੍ਹਿਆ ਜਾਂਦਾ, ਪਰ ਸੱਚ ਦੇ ਗਿਆਨ ਤੋਂ ਬਿਨਾਂ ਨਹੀਂ ਸਾਨੂੰ ਪਤਾ ਲੱਗਦਾ। ਅਸੀਂ ਸਾਰੇ ਹੀ ਪੁੱਠਾ ਮੁੜਨ ਲੱਗ ਜਾਂਦੇ ਇੱਥੇ ਆ ਕੇ, ਤਾਂ ਕਰਕੇ ਨਹੀਂ ਪਤਾ ਲੱਗਦਾ। ਇਹ ਭਗਤੀ ਐਸੀ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਮਾਈ। ਇਹ ਭਗਤ ਮਾਰਗ ਹੈ ਭਾਈ, ਸਾਰਾ ਸੰਸਾਰ ਇਹ 'ਤੇ ਨਹੀਂ ਚੱਲ ਸਕਦਾ ਵਾ। ਜਿਹੜੇ ਵੀ ਸਿੱਖ ਸੰਗਤ ਗੁਰਸ਼ਬਦ ਦੀ ਕਮਾਈ ਕਰਦੇ ਨੇ ਉਹੀ ਇਹ ਮਾਰਗ 'ਤੇ ਚੱਲਦੇ ਨੇ, ਉਹਨਾਂ ਨੂੰ ਇਹ ਸਮਝ ਆਉਂਦੀ ਹੈ, ਉਹਨਾਂ ਨੂੰ ਇਹ ਦਰਸ਼ਨ ਹੁੰਦਾ ਵਾ। ਉਹੀ ਭਗਤ ਜੀ ਸਮਝਾ ਰਹੇ ਨੇ। ਸਾਕਤ ਮਨ ਐਸਾ ਵਾ, ਹੰਕਾਰੀ ਹੈ। ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ। ਜਦ ਹਉਮੈ ਦਾ ਕੰਡਾ ਵੱਡਾ ਬਣਨ ਦਾ, ਸੰਸਾਰ ਦੀ ਵਡਿਆਈ ਦਾ, ਇਹ ਚੱਲਿਆ ਜਾਂਦਾ ਵਾ, ਫਿਰ ਉਸ ਤੋਂ ਬਾਅਦ ਹੀ ਇਹ ਅਵਸਥਾ ਸਾਨੂੰ ਪ੍ਰਾਪਤ ਹੁੰਦੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਨ, ਕਹੋ ਨਾਨਕ ਬਹੁ ਮੁਕਤ ਨਾਰ। ਇਹ ਮਨ ਸਾਚੀ ਜਾਨ। ਉਹ ਗੁਰਸਿੱਖ ਉਹ ਹਰ ਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਉਹੀ ਸਤਿਗੁਰ ਸਮਝਾ ਰਹੇ ਨੇ। ਅਚਰਜ ਕਥਾ, ਅਚਰਜ ਹੈ ਭਾਈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਅਚਰਜ ਕਥਾ ਮਹਾ ਅਨੂਪ, ਜਿਹੜੇ ਕਥਾ ਨੂੰ ਸੁਣਦੇ ਰਹਿਣਗੇ। ਇਹ ਹਰ ਕਥਾ ਵਾ, ਬਾਣੀ ਹਰ ਦਰਸ਼ਨ ਕਰਾਉਂਦੀ ਹੈ, ਹਰ ਦਾ ਦਰਸ਼ਨ ਹੁੰਦਾ ਇਹਦੇ ਵਿੱਚੋਂ। ਅੱਖਾਂ ਕੰਨਾਂ ਨੂੰ ਨਹੀਂ, ਨਾ ਕੰਨਾਂ ਨਾਲ ਸੁਣਿਆ ਜਾਂਦਾ ਹੈ, ਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ, ਬੁੱਧੀ ਨੂੰ ਦਰਸ਼ਨ ਹੁੰਦਾ। ਫਿਰ ਦਿਵ ਦ੍ਰਿਸ਼ਟੀ ਮਿਲਦੀ ਹੈ। ਉਹ ਪਹਿਲਾ ਪਦਾਰਥ ਹੈ ਆਪਣਾ ਗਿਆਨ। ਗਿਆਨ ਤੋਂ ਬਾਅਦ ਮੁਕਤੀ ਮਿਲਦੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਅਚਰਜ ਕਥਾ ਮਹਾ ਅਨੂਪ। ਪਰ ਜਿਹੜੇ ਗੁਰਸਿੱਖ ਪੌੜੀ ਚੜ੍ਹਦੇ ਆ ਉਹਨਾਂ ਨੂੰ ਦਰਸ਼ਨ ਹੁੰਦਾ, ਅਨੂਪ ਹੁੰਦਾ, ਜਿਹਦੀ ਉਪਮਾ ਨਾ ਕੀਤੀ ਜਾਵੇ। ਸੰਸਾਰ 'ਚ ਕੋਈ ਐਸੀ ਚੀਜ਼ ਹੀ ਹੈ ਨਹੀਂ ਜਿਹਦੇ ਮਿਲਾ ਕੇ ਆਪਾਂ ਬਰਾਬਰ ਬਿਠਾ ਦਈਏ ਫੇਰ ਹੀ ਦਰਸ਼ਨ ਕਰਾ ਸਕਦੇ ਹਾਂ। ਇਹ ਤਾਂ ਮਹਾ ਅਨੂਪ ਹੈ, ਇਹ ਤਾਂ ਸਮਝੀ ਜਾਂਦੀ ਹੈ। ਇਸ ਕਰਕੇ ਤਾਂ ਸੰਸਾਰੀ ਧਰਮ ਦੇ ਜਿੰਨੇ ਵੀ ਕਰਮ ਧਰਮ ਨੇ ਉਹ ਤੋਂ ਵੱਖਰਾ ਆਪਣਾ ਜਪ ਹੈ। ਜਪ ਤੋਂ ਭਾਵ ਸਮਝਣਾ, ਸਮਝਣਾ ਹੀ ਭਗਤੀ ਹੈ। ਇਹਦੇ ਵਿੱਚੋਂ ਗਿਆਨ ਪੈਦਾ ਹੁੰਦਾ, ਫਿਰ ਮਨ ਟਿਕ ਜਾਂਦਾ ਹੈ। ਮਨ ਟਿਕਣ ਤੋਂ ਬਾਅਦ ਫਿਰ ਇਹਨੂੰ ਮੁਕਤੀ ਮਿਲ ਜਾਂਦੀ ਹੈ, ਮਨ ਚੁੱਪ ਕਰ ਜਾਂਦਾ ਹੈ। ਇਹ ਦੋ ਅਵਸਥਾ ਪ੍ਰਾਪਤ ਕਰਕੇ ਫਿਰ ਇਹ ਪ੍ਰਾਤਮਾ ਦਾ ਦਰਸ਼ਨ ਕਰਦਾ ਵਾ। ਉਹ ਆਤਮਾ ਦੀ ਹਉਮੈ ਚਲੀ ਜਾਂਦੀ। ਉਹੀ ਸਤਿਗੁਰਾਂ ਨੇ ਸਮਝਾਇਆ, ਮਹਾ ਅਨੂਪ ਹੁੰਦੀ ਹੈ, ਉਹਦੀ ਉਪਮਾ ਨਹੀਂ ਹੋ ਸਕਦੀ। ਵੱਡੀ ਸ਼ਕਤੀ ਹੈ ਉਹ, ਉਹਦੇ ਨਾਲ ਸ੍ਰਿਸ਼ਟੀ ਪੈਦਾ ਕੀਤੀ ਜਾਂਦੀ ਹੈ ਹੁਕਮ ਨਾਲ। ਜਿਹੜੇ ਸਾਡੇ ਅੰਦਰ ਹਰ ਬੈਠਾ ਹੈ, ਗੁਰ ਕਿਹਾ ਉਹਨੂੰ, ਪ੍ਰਾਤਮਾ ਕਿਹਾ, ਅਨੇਕਾਂ ਨਾਮ ਦੇ ਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ। ਮਾਇਆ ਦੇ ਤਾਂ ਪ੍ਰਮਾਣ ਨੇ ਨਿਰਾਕਾਰ ਦੁਨੀਆ ਨੂੰ ਸਮਝਣ ਖਾਤਰ। ਆਪਾਂ ਗੁਰ ਸ਼ਬਦ ਦੇ ਪਿੱਛੇ ਪਿੱਛੇ ਚੱਲਦੇ ਰਹਾਂਗੇ ਤਾਂ ਪਾਰ ਨਿਕਲ ਜਾਵਾਂਗੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ, ਸਾਨੂੰ ਪਾਰ ਲੰਘਾ ਦੇ ਰਹੇ ਨੇ। ਅਸੀਂ ਜਿਉਂਦੇ ਹੀ ਇਸ ਸਰੀਰ 'ਚ ਰਹਿੰਦੇ ਹੋਈ ਆਪਦੇ ਘਰ ਪਹੁੰਚ ਜਾਣਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਜਿਹੜੇ ਸੁਣਨਗੇ ਗੁਰਸਿੱਖ, ਇਹਨੂੰ ਪਿਆਰ ਨਾਲ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਗੇ, ਭਾਣੇ ਨੂੰ ਸੱਤ ਕਰਕੇ ਮੰਨਣਗੇ, ਬਾਣੀ ਨੂੰ ਸੱਤ ਕਰਕੇ ਮੰਨਣਗੇ, ਉਹ ਪਾਰ ਜਾਣਗੇ। ਆਓ ਸਾਰੇ ਆਪਾਂ ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਉਹ ਪਾਰ ਬ੍ਰਹਮ ਹੁਕਮ, ਜਿਹੜੇ ਸਾਡੇ ਅੰਦਰ ਆਤਮਾ ਅੰਦਰ ਦੇਵ ਹੈ, ਦਸਵਾਂ ਦੁਆਰ ਹੈ, ਉਹਦਾ ਹੀ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ। ਪਰ ਸਾਨੂੰ ਸਮਝ ਕਿਵੇਂ ਆਊਗੀ? ਸੱਚ ਦੇ ਗਿਆਨ ਤੋਂ ਬਾਅਦ। ਰਹਾਉ ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਅਵਸਥਾ 'ਚ ਜਾ ਕੇ ਸਾਡਾ ਸੰਸਾਰ 'ਚੋਂ ਖਹਿੜਾ ਸੁੱਟਦਾ ਵਾ। ਉਹ ਹਮੇਸ਼ਾ ਹੀ ਸਾਹਿਬ ਮੇਰਾ ਨੀਤ ਨਮਾ ਇੱਕ ਰੂਪ ਹੀ ਰਹਿੰਦਾ ਵਾ। ਸਾਡੇ ਸਰੀਰ ਕਰਕੇ ਸਾਡਾ ਜੰਮਣਾ ਮਰਨਾ ਵਾ, ਬਚਪਨ, ਜਵਾਨੀ, ਬੁਢਾਪਾ। ਜਦੋਂ ਸਮਾਂ ਆ ਜਾਂਦਾ ਅਸੀਂ ਸੰਸਾਰ ਨਾਲ ਜੁੜੇ ਹੀ ਰਹਿ ਜਾਂਦੇ ਹਾਂ, ਕਾਲ ਫੜ ਕੇ ਲੈ ਜਾਂਦਾ।
ਆਪਾਂ ਇਹ ਪ੍ਰਾਪਤੀ ਕਰਨੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਹੁਣ ਭਗਤੀ ਕਰਨੀ ਹੈ, ਐਸੀ ਭਗਤੀ ਹੈ ਤੁਸੀਂ ਕੰਮਕਾਰ ਕਰਦੇ ਵੀ ਕਰ ਸਕਦੇ ਹੋ। ਨਾ ਉਹਨੂੰ ਜੰਮ ਜਾਲ ਹੈ, ਉੱਥੇ ਹੈ ਹੀ ਨਹੀਂ ਜੰਮਣ ਮਰਨੀ। ਨਾਨਕ ਬੱਦਾ ਘਰ ਤਹਾਂ ਜਹਾਂ ਮਿਰਤ ਨਾ ਜਨਮ ਜਰਾ। ਇਹ ਸਾਰੀ ਸਮਝ ਸਾਨੂੰ ਕੁਦਰਤ ਦੀ ਰਹਿਮਤ ਤੋਂ ਬਾਅਦ, ਗੁਰਬਾਣੀ ਦੇ ਸ਼ਬਦ ਦੇ ਗਿਆਨ ਤੋਂ ਬਾਅਦ ਹੀ ਸਾਨੂੰ ਆਉਣੀ ਹੈ। ਨਾ ਇਹ ਬਿਨਸੇ ਨਾ ਇਹ ਜਾਏ, ਆਦਿ ਜੁਗਾਦੀ ਰਿਹਾ ਸਮਾਏ। ਨਾ ਉਹ ਜਨਮ ਮਰਨ ਚਾਹੁੰਦਾ ਹੈ, ਨਾ ਕਿਤੇ ਜਾਂਦਾ ਹੈ, ਨਾ ਕਿਤੇ ਆਉਂਦਾ ਹੈ। ਆਪਾਂ ਜਾਪ ਸਭ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਚੱਕਰ ਚਿੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ, ਰੂਪ ਰੇਖ ਰੰਗ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਹੈ ਭਾਈ ਉਹ, ਅਨੁਭਵ ਪ੍ਰਗਾਸ। ਅਸੀਂ ਗਿਆਨ ਨਾਲ ਅਨੁਭਵ ਕਰ ਸਕਦੇ ਹਾਂ, ਗਿਆਨ ਨਹੀਂ ਉਹਦਾ ਦਰਸ਼ਨ ਹੋਣਾ, ਪਰ ਅਸੀਂ ਤਾਂ ਅੱਖਾਂ ਨਾਲ ਪਾਲਦੇ ਹਾਂ। ਜਿੰਨੀਆਂ ਪਿੱਛੇ ਪ੍ਰਚਲਿਤ ਮੱਤਾਂ ਆਪਾਂ ਕਰਦੇ ਆਏ ਹਾਂ, ਉਹ ਸਾਰੇ ਕਰਮ ਧਰਮ ਸਰੀਰ ਕਰਕੇ ਹਟ ਜੋਗ ਸੀਗੇ। ਉਹ 'ਚੋਂ ਗਿਆਨ ਨਹੀਂ ਪੈਦਾ ਹੁੰਦਾ, ਗਿਆਨ ਤੋਂ ਬਿਨਾਂ ਦਰਸ਼ਨ ਨਹੀਂ ਹੋਣਾ ਹੈਗਾ। ਬਾਣੀ ਸਾਨੂੰ ਇੱਕ ਕਰਦੀ ਹੈ, ਇੱਕ ਹੁਣ ਅਸੀਂ ਆਏ ਹਾਂ ਯੁੱਗ ਮੇ ਇੱਕ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਇੱਕ ਦਾ ਅਸੀਂ ਦਰਸ਼ਨ ਕਰਨਾ ਵਾ, ਗਿਆਨ ਤੋਂ ਬਿਨਾਂ ਕਿਵੇਂ ਦਰਸ਼ਨ ਹੋਊਗਾ। ਉਹੀ ਸਤਿਗੁਰ ਸਮਝਾਉਂਦੇ ਨੇ, ਨਾ ਕਿਤੇ ਆਉਂਦਾ ਹੈ ਉਹ, ਨਾ ਜਾਂਦਾ ਹੈ। ਆਦਿ ਸ੍ਰਿਸ਼ਟੀ ਦਾ ਆਦਿ ਹੈ, ਹਰ ਇੱਕ ਸਮੇਂ ਦੇ ਵਿੱਚ ਸਮਾਇਆ ਰਹਿੰਦਾ ਹੈ। ਜਦ ਤੱਕ ਸ੍ਰਿਸ਼ਟੀ ਚੱਲਦੀ ਰਹਿੰਦੀ ਹੈ ਹੁਕਮ 'ਤੇ। ਨਾ ਇਸ ਊਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ। ਉਸ ਅਵਸਥਾ 'ਚ ਜਾ ਕੇ ਸਤਿਗੁਰ ਸਮਝਾਉਂਦੇ ਨੇ, ਉਹ ਗੁਰਸਿੱਖਾਂ ਦਾ ਸੰਸਾਰ ਨਾਲ ਵੈਰ ਵਿਰੋਧ ਨਹੀਂ ਰਹਿੰਦਾ। ਨਾ ਖੁਸ਼ੀ ਗਮੀ, ਨਾ ਗਰਮੀ ਨਾ ਸਰਦੀ। ਮਨ ਦੀਆਂ ਅਵਸਥਾ ਬਦਲ ਜਾਂਦੀਆਂ ਨੇ। ਜਿਹੜਾ ਸੰਸਾਰ ਕਲਪਨ ਕਲਯੁਗ ਹੈ ਸਾਡਾ, ਇੱਥੋਂ ਛੁਟਕਾਰਾ ਹੋ ਜਾਂਦਾ ਹੈ। ਉਹ ਪ੍ਰਾਤਮਾ ਦੇ ਚਰਨਾਂ 'ਚ ਪਹੁੰਚ ਜਾਂਦੀ ਹੈ ਆਤਮਾ। ਨਾ ਇਸ ਊਸਨ ਨਾ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ। ਉਹ ਅਵਸਥਾ ਵਾਲੇ ਉਹੀ ਸਤਿਗੁਰ ਸਾਨੂੰ ਸਮਝਾਉਂਦੇ ਨੇ। ਕਰਤਾ ਰਾਮ ਪਛਾਣ, ਜਿਹੜੇ ਕੁਦਰਤ ਨੂੰ ਪਛਾਣ ਲੈਂਦੇ ਨੇ, ਉਹ ਕੀ ਕਹਿੰਦੇ ਨੇ? ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ। ਉਹ ਜਾਣ ਲੈਂਦੇ ਨੇ ਵੀ ਕੁਦਰਤ ਹੁਕਮ ਦੇ ਨਾਲ ਇਹ ਸ੍ਰਿਸ਼ਟੀ ਪੈਦਾ ਹੋਈ, ਅਸੀਂ ਕੀ ਕਰ ਸਕਦੇ ਹਾਂ? ਵੀ ਸਾਰੇ ਹੀ ਇੱਕ ਪਿਤਾ ਇੱਕ ਸਕੇ ਹੰਬਾਰ। ਉਸ ਅਵਸਥਾ 'ਚ ਜਾ ਕੇ ਸਾਨੂੰ ਸਮਝ ਆਉਂਦੀ ਹੈ। ਸਰੀਰ ਕਰਕੇ ਜਿੰਨੇ ਧਰਮ ਅਸੀਂ ਮੰਨਦੇ ਹਾਂ ਸੰਸਾਰ ਦੇ ਵਿੱਚ, ਉਹ ਸਰੀਰ ਕਰਕੇ ਨੇ ਮਜ਼ਹਬ, ਉਹਨਾਂ ਦੇ ਵਿੱਚ ਵੈਰ ਵਿਰੋਧ ਰਹਿੰਦਾ ਹੈ। ਧਿਆਨ ਸਾਡਾ ਲੱਗਦਾ ਨਹੀਂ ਗਾ, ਕਿ ਵੈਰ ਵਿਰੋਧ 'ਚ ਸਾਡਾ ਧਿਆਨ ਲੱਗਣਾ ਹੀ ਨਹੀਂ ਹੈਗਾ। ਧਿਆਨ ਨਹੀਂ ਲੱਗਿਆ ਸਾਡਾ ਜਿਹੜਾ ਹੈਗਾ, ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਣਾ, ਮਾਇਆ 'ਚੋਂ ਸਾਡਾ ਧਿਆਨ ਹਟਦਾ ਹੀ ਨਹੀਂ ਹੈਗਾ। ਪਰ ਸੱਚ ਦੇ ਗਿਆਨ ਨਾਲ ਜਿਹੜਾ ਹੈਗਾ ਮਾਇਆ ਦਾ ਜਾਲ ਇਹ ਕੱਟਿਆ ਜਾਂਦਾ ਵਾ। ਆਪਾਂ ਇਹ ਕੱਟਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ? ਨਾ ਇਸ ਹਰਖ ਨਹੀਂ ਇਸ ਸੋਗ, ਸਭ ਕਸੀ ਇਸ ਕਾ ਇਹ ਕਰਨੇ ਜੋਗ। ਇਹ ਸਾਰਾ ਖੇਲ ਉਹਦਾ ਹੀ ਹੈ ਭਾਈ। ਸਾਨੂੰ ਸੱਚ ਦੇ ਗਿਆਨ ਤੋਂ ਬਾਅਦ ਸਮਝ ਆਉਂਦੀ ਹੈ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਉਹਦੀ ਕਿਰਪਾ ਰਹਿਮਤ ਤੋਂ ਬਿਨਾਂ ਅਸੀਂ ਕੁਛ ਨਹੀਂ ਲੈ ਸਕਦੇ। ਪਰ ਸਾਨੂੰ ਭਰਮ ਹੁੰਦਾ ਹੈ ਵੀ ਜਿਹੜਾ ਅਸੀਂ ਕਮਾਈ ਕਰਦੇ ਹਾਂ ਖਾਣੀ ਸਾਡੀ ਬੁੱਧ ਵੱਲ ਨਹੀਂ ਆ ਰਹੇ। ਨਹੀਂ, ਸਾਰਾ ਹੀ ਉਹਦਾ ਖੇਲ ਹੈ ਭਾਈ। ਮਨ ਨੂੰ ਸਮਝਾਉਣਾ, ਮਨ ਨੂੰ ਹੀ ਸਮਝਾਉਂਦੀ ਹੈ ਬਾਣੀ ਅਨੇਕਾਂ ਉਪਦੇਸ਼ ਦੇ ਕੇ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਇਹ ਸਾਰੀ ਖੇਲ ਮਨ ਸਾਧੇ ਤੋਂ ਬਾਅਦ ਹੀ ਸਮਝ ਆਉਣੀ ਹੈ ਸਾਨੂੰ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅੰਪਰ ਪਰ ਹੋਤਾ ਆਇਆ। ਉਸ ਅਵਸਥਾ 'ਚ ਜਾ ਕੇ ਸਾਡੇ ਆਤਮਿਕ ਰਿਸ਼ਤੇ ਪੈ ਜਾਂਦੇ ਨੇ। ਸੰਸਾਰੀ ਜਿਹੜੇ ਰਿਸ਼ਤੇ ਨੇ ਉਹ ਕੱਟੇ ਜਾਂਦੇ ਨੇ। ਸਮਝ ਆ ਜਾਂਦੀ ਹੈ ਸਰੀਰਕ ਰਿਸ਼ਤੇ ਜਿਹੜਾ ਮਾਇਆ ਦਾ ਜਾਲ ਸੀ, ਮੋਹ ਦਾ, ਅਸੀਂ ਆਪਦੀ ਮੱਤ ਨਾਲ ਨਹੀਂ ਸੀ ਕੱਟ ਸਕਦੇ, ਗੁਰਮੱਤ ਨਾਲ ਕੱਟਿਆ ਗਿਆ। ਫਿਰ ਸਤਿਗੁਰ ਸਮਝਾਉਂਦੇ ਨੇ, ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨਾ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਦਾ ਗਿਆਨ ਲੈ ਕੇ ਆਪਾਂ ਬਾਣੀ ਦਾ ਇਹ ਮੋਹ ਦਾ ਜਾਲ ਕੱਟਣਾ ਵਾ। ਪਰ ਆਪਾਂ ਤਾਂ ਪਾਈ ਜਾਂਦੇ ਹਾਂ ਅਗਿਆਨਤਾ ਕਰਕੇ। ਅਸੀਂ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ, ਗੁਰੂ ਭਗਤਾਂ ਦਾ ਸਾਇਰਾਂ 'ਤੇ ਚੱਲਦੇ ਨਹੀਂ, ਗੁਰੂ ਨੂੰ ਉਪਦੇਸ਼ ਕਰਨ ਲੱਗ ਜਾਂਦੇ। ਫਿਰ ਕਿਵੇਂ ਜਾਲ ਕੱਟੇ ਜਾਊ? ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਪਾਪ ਪੁੰਨ ਕਾ ਇਸ ਲੇਪ ਨ ਲਾਗੇ, ਘਟ ਘਟ ਅੰਤਰ ਸਦ ਹੀ ਜਾਗੇ। ਸਤਿਗੁਰ ਜਾਗਤਾ ਹੈ ਦਿਓ, ਭੋਲੀ ਮਾਲਣੀ ਹੈ ਉਹ। ਭਗਤ ਕਬੀਰ ਜੀ ਸਮਝਾਉਂਦੇ ਨੇ ਸਾਡੇ ਅੰਤਰ ਜੋਤ ਆ ਜਿਹੜੀ, ਜਿਹਨੂੰ ਹਰ ਕਰਕੇ ਆਪਾਂ ਵਿਚਾਰ ਚੱਲ ਰਹੀ ਹੈ। ਜਾਦੀ ਸ੍ਰਿਸ਼ਟੀ ਸਾਜੀ ਉਹ ਜਾਗਦਾ ਹੀ ਹੈ। ਮਨ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ। ਹੁਣ ਮਨ ਨੂੰ ਜਗਾਉਣਾ ਮਾਂ, ਜਾਗ ਲੈ ਮਨਾ ਜਾਗਣ ਹਾਰੇ।
ਇਹ ਨਹੀਂ ਉਹਦੇ ਵਿੱਚ ਲੀਨ ਹੋ ਜਾਣਾ ਵਾ, ਫਿਰ ਇਹ ਵੀ ਇਹਦਾ ਵੀ ਸਤ ਜੀਵਨ ਹੋ ਜਾਣਾ, ਇਹਨੇ ਜਾਗ ਜਾਣਾ ਸੰਸਾਰ 'ਚੋਂ, ਜਿਉਂਦੇ ਹੀ ਇਹਨੇ ਮੁਕਤ ਹੋ ਜਾਣਾ। ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਫਿਰ ਬੋਰ ਨਾ ਮਰਨਾ ਹੋਈ। ਸ਼ਬਦ ਦੇ ਗਿਆਨ ਤੋਂ ਸਾਡੀ ਇੱਛਾ ਦਾ ਛੁਟਕਾਰਾ ਹੋ ਜਾਂਦਾ ਵਾ, ਆਤਮਾ ਜਾਗ ਜਾਂਦੀ ਹੈ ਸ਼ਬਦ ਦੇ ਗਿਆਨ ਨਾਲ, ਇਹਦਾ ਅੰਮ੍ਰਿਤ ਵੇਲਾ ਹੋ ਜਾਂਦਾ, ਆਪਦੇ ਘਰ ਚਲੇ ਜਾਂਦਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਹੁਣ ਇਹ ਸੁੱਤੇ ਹੀ ਭਗਤੀ ਕਰੀ ਜਾਂਦੇ ਹਾਂ, ਸੁੱਤੇ ਹੀ ਬਾਣੀ ਪੜ੍ਹਦੇ ਹਾਂ, ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦੀ। ਪਹਿਲਾਂ ਇਹਨੂੰ ਸੁਣਨਾ ਵਾ, ਫਿਰ ਪੜ੍ਹਨਾ, ਵਿਚਾਰਨਾ ਵਾ, ਖੋਜਦੇ ਰਹਿਣਾ, ਇਹ 'ਚੋਂ ਗਿਆਨ ਪੈਦਾ ਹੋਊਗਾ। ਅੱਗੇ ਸਤਿਗੁਰ ਕੀ ਸਮਝਾਉਂਦੇ, ਪਾਪ ਪੁੰਨ ਕੈ ਸਲੇਪ ਨ ਲਾਗੇ, ਘਟ ਘਣ ਅੰਤਰ ਸਦ ਹੀ ਜਾਗੇ। ਉਹ ਗੁਰਸਿੱਖ ਇਹ ਪਾਪ ਪੁੰਨ ਤੋਂ ਪਰੇ ਚਲੇ ਜਾਂਦੇ ਨੇ। ਤੀਨ ਗੁਣ ਇੱਕ ਸ਼ਕਤੋ ਪਾਇਆ, ਮਹਾ ਮਾਇਆ ਹੈ ਤਾਂ ਕੀ ਸਾਇਆ। ਇਹ 3 ਗੁਣਾ ਸ੍ਰਿਸ਼ਟੀ ਪੈਦਾ ਕੀਤੀ ਹੈ, ਰਜਗੁਣ ਸਤਗੁਣ ਤਮਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, 3 ਹੀ ਪਰਮ ਪਦ ਪਾਇਆ। ਇਹ ਪਰਮ ਪਦ ਦੀ ਆਪਾਂ ਪ੍ਰਾਪਤੀ ਕਰਨੀ ਹੈ ਸਤਿਗੁਰਾਂ ਦੇ ਰਾਹ 'ਤੇ ਚੱਲ ਕੇ। ਇਹ ਜਿਹੜੀ ਮਾਇਆ ਦਿਖ ਰਹੀ ਹੈ ਤੁਹਾਨੂੰ, ਸਾਰੀ ਉਹ ਨਹੀਂ ਪੈਦਾ ਕੀਤੀ ਹੈ, ਸਾਰਾ ਕੁਛ ਉਹਦੇ ਹੱਥ 'ਚ ਹੈ। ਅਛਲ ਅਛੇਦ ਅਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ। ਸਦਾ ਕਿਰਪਾਲੂ ਹੈ, ਸਦਾ ਕਿਰਪਾਲ ਰਹਿੰਦਾ ਵਾ। ਅਛਲ ਹੈ, ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹਨੂੰ ਮਾਇਆ ਛਲ ਨਹੀਂ ਸਕਦੀ। ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਬਸੇ ਮਨ ਮਾਏ। ਜਿਹੜੇ ਕਰਤੇ ਦੇ ਰੂਪ ਨੂੰ ਪਛਾਣ ਲੈਂਦੇ ਨੇ ਉਹ ਵੀ ਅਸਲ ਰੂਪ ਹੋ ਜਾਂਦੇ ਨੇ। ਅਛੇਦ ਉਹਨਾਂ 'ਚ ਕੋਈ ਕਮੀ ਨਹੀਂ ਰਹਿੰਦੀ ਹੈਗੀ। ਅਭੇਦ, ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਇੱਕ ਹੋ ਜਾਂਦੇ ਨੇ। ਦਿਆਲ, ਉਹ ਦਿਆਲੂ ਆ, ਅਸੀਂ ਇਹ ਗੁਣਾਂ ਦੀ ਪ੍ਰਾਪਤੀ ਕਰਨੀ ਆ, ਉਹ 'ਚ ਲੀਨ ਹੋਣਾ ਵਾ, ਫਿਰ ਸਾਡੇ 'ਚ ਵੀ ਇਹ ਗੁਣ ਆ ਜਾਂਦੇ ਨੇ। ਫਿਰ ਇਹ ਜੀਵ ਆਤਮਾ ਇੱਕ ਹੋ ਜਾਂਦੀ ਹੈ। ਇੱਕ ਹੋਣ ਤੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਇੱਕ ਹੋਏ ਤਾਂ ਉਗਵੇ, ਫਿਰ ਇਹਦੀ ਪ੍ਰਾਪਤੀ ਨਾਮ ਦੀ ਸ਼ੁਰੂ ਹੁੰਦੀ ਹੈ। ਦੀਨ ਦਿਆਲ ਸਦਾ ਕਿਰਪਾਲ, ਦੀਨਾਂ 'ਤੇ ਦਿਆਲੂ ਰਹਿੰਦਾ ਹਮੇਸ਼ਾ ਹੀ। ਗਰੀਬ ਨਵਾਜ ਗੁਸਈਆਂ ਮੇਰਾ, ਮਾਥੇ ਛਤਰ ਤਰੇ। ਕਿਰਪਾ ਕਰ ਦਿੰਦਾ ਉਹ ਜਿਹੜੇ ਗੁਰਸਿੱਖ ਕਮਾਈ ਕਰਕੇ ਉਹਦੇ ਚਰਨਾਂ 'ਚ ਅੱਗੇ ਅਰਦਾਸ ਕਰਦੇ ਆ, ਬਿਰਥੀ ਨਾ ਹੋਏ ਜਨ ਕੀ ਅਰਦਾਸ। ਤਾਂ ਕੀ ਗਤ ਮਿਤ ਕਛੂ ਨ ਪਾਏ, ਨਾਨਕ ਤਾਂ ਕੀ ਵਲ ਵਲ ਜਾਏ। ਸਤਿਗੁਰ ਸਮਝਾਉਂਦੇ, ਅਸੀਂ ਤਾਂ ਭਾਈ ਸਦਾ ਬਲਿਹਾਰੀ ਜਾਂਦੇ ਹਾਂ ਕੁਦਰਤ ਤੋਂ। ਉਹਦੀ ਗਤ ਮਿਤੀ, ਆਪਾਂ ਹਿੰਦੀ ਦੀ ਤਰਜਮਾਨ ਨਾਲ ਬਾਣੀ ਨੂੰ ਪੜ੍ਹੀਏ, ਫਿਰ ਗਤੀ ਔਰ ਮਿਤੀ ਆਉਂਦਾ ਵਾ। ਪਰ ਆਪਾਂ ਹੁਣ ਸਾਰੇ ਅਸੀਂ ਪੜ੍ਹਦੇ ਆਉਂਦੇ, ਆਪਾਂ ਅਸੀਂ ਵਿਚਾਰ ਕਰਨੀ ਆ। ਗਤ ਮਿੱਤ, ਉਹਦਾ ਵਿਕਾਸ, ਉਹਦੀ ਸ਼ਕਤੀ, ਮਿੱਤ ਉਹਦੇ ਮਨ ਵਿੱਚ ਕੀ ਹੈ ਕੋਈ ਨਹੀਂ ਜਾਣਦਾ ਹੈ। ਆਪਾਂ ਜਪਜੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਅੰਤ ਨ ਜਾਪੇ ਕਿਆ ਮਨ ਮੰਤ, ਉਹਦੇ ਮਨ 'ਚ ਕੀ ਹੈ ਕੋਈ ਨਹੀਂ ਦੱਸ ਸਕਦਾ ਹੈਗਾ। ਝੂਠ ਕੋਈ ਜਿੰਨਾ ਮਰਜ਼ੀ ਬੋਲ ਜਾਏ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਆਪ ਵੀ ਸਤਿਗੁਰਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਉਹ ਰਾਮ ਕਰਤੇ ਦਾ ਆਪਾਂ ਵੀ ਜਸ ਕਰੀਏ, ਆਪਾਂ ਨੂੰ ਵੀ ਇਹ ਪ੍ਰਾਪਤੀ ਹੋਵੇ ਜੋ ਸਤਿਗੁਰ ਸਮਝਾ ਰਹੇ ਨੇ। ਜੇ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਬਾ ਮੁਕਤ ਨਰ। ਇਹ ਮਨ ਸਾਚੀ ਮਨ, ਆਪਾਂ ਵੀ ਜਿਉਂਦੇ ਜਿਉਂਦੇ ਮੁਕਤੀ ਪ੍ਰਾਪਤ ਕਰਕੇ ਆਪਦੀ ਭਗਤੀ ਕਰੀਏ, ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।